ਨੌਕਰੀਆਂ ਹਰਿਆਣਾ ਨੂੰ, ਸੁਰੱਖਿਆ ਹਿਮਾਚਲ ਦੀਆਂ ਬੱਸਾਂ ਨੂੰ, ਸਲਾਮਾਂ ਦਿੱਲੀ ਵਾਲਿਆਂ ਨੂੰ, ਧੱਫੇ ਧੱਕੇ ਤੇ ਡਾਂਗਾ ਪੰਜਾਬ ਨੂੰ। ਹੁਣ ਤਾਂ ਮੰਨੋਗੇ ਕਿ ਆ ਗਿਆ ਬਦਲਾਅ। 22 ਦੇ ਕਰੀਬ ਕਿਸਾਨ ਲੀਡਰ ਜਿਹੜੇ ਗੱਲਬਾਤ ਕਰਕੇ ਚੰਡੀਗੜ੍ਹ ਤੋਂ ਵਾਪਸ ਮੁੜ ਰਹੇ ਸੀ, ਉਹਨਾਂ ਨੂੰ ਰਾਹ 'ਚ ਹੀ ਚੁੱਕ ਲਿਆ ਔਰ ਬਾਕੀ ਉਹਨਾਂ ਦੇ ਖਨੌਰੀ ਔਰ ਸ਼ੰਭੂ ਔਰ ਉਹਨਾਂ ਦੇ ਬੁਲਡੋਜ਼ ਲਾ ਕੇ ਸਾਰੇ ਲੈਵਲ ਕਰਤੇ। ਅਮਰੀਕਾ ਦਾ ਦਬਾਅ ਹੈ ਕਿ ਵੀ ਜਿਹੜੇ ਅਮਰੀਕਾ ਦੇ ਐਗਰੀਕਲਚਰ ਪ੍ਰੋਡਕਟ ਨੇ ਉਹਦੇ ਲਈ ਮੰਡੀ ਖੋਲੋ। ਅਮਰੀਕਾ ਦੇ ਸਾਹਮਣੇ ਸਰੈਂਡਰ ਜੇ ਕਰਨਗੇ ਤੇ ਕਿਸਾਨ, ਪੰਜਾਬ ਦੇ ਕਿਸਾਨਾਂ ਦੀ ਦੇਖੋ ਦੇਖੀ ਬਾਕੀ ਵੀ, ਕਿਉਂਕਿ ਮਿਲਕ ਇੰਡਸਟਰੀ ਦੇ ਵਿੱਚ ਤਾਂ ਗੁਜਰਾਤ ਵੀ ਆਮੋਲ ਉੱਥੋਂ ਹੀ ਬਣਦਾ ਹੈ। ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਪਾਰੀਆਂ ਨੇ ਉਹ ਰਾਜਪੁਰਾ ਹੋਏ, ਲੁਧਿਆਣਾ ਹੋਏ, ਲੱਡੂ ਵੰਡੇ ਨੇ ਔਰ ਬਹੁਤਿਆਂ ਨੇ ਸ਼ੁਕਰ ਮਨਾਇਆ। ਹਿੰਦੂ ਤਵੀਆਂ ਨੇ ਇੱਕ ਥਾਂ ਸ਼ਿਵਲਿੰਗ ਖੜਾ ਕਰਕੇ ਪੂਜਾ ਵੀ ਕੀਤੀ। ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਜੋ ਆਪਣੇ ਲੋਕਾਂ ਨਾਲ ਕੀਤਾ ਉਹ ਯਾਦ ਰੱਖਿਆ ਜਾਵੇਗਾ। ਹੋਲੇ ਮਹੱਲੇ ਤੇ ਬਜ਼ੁਰਗ ਮਾਤਾ ਨੇ ਭਗਵੰਤ ਨੂੰ ਰੋਕਿਆ ਵੀ ਸੀ ਕਿ ਆਪਣੇ ਲੋਕਾਂ ਉੱਤੇ ਜ਼ੁਲਮ ਕਰਨੋਂ, ਪਰ ਉਹ ਨਹੀਂ ਟਲਿਆ। ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ, ਨਾ ਕਿਸਾਨਾਂ ਕਿਤੇ ਜਾਣਾ, ਨਾ ਪੰਜਾਬ ਨੇ, ਨਾ ਹੰਕਾਰਿਆਂ ਨੂੰ ਕਿਤੇ ਜਾਣ ਦੇਣਾ। ਦਿੱਲੀ ਅੰਦੋਲਨ ਦੌਰਾਨ ਮੋਦੀ ਦੀਆਂ ਗੋਡਣੀਆਂ ਲਵਾ ਥੁੱਕ ਕੇ ਚੱਟਣ ਲਈ ਮਜਬੂਰ ਕਰ ਕਿਸਾਨਾਂ, ਪੰਜਾਬ ਅਤੇ ਸਿੱਖ ਧਰਮ ਦੀਆਂ ਨਾਬਰੀ ਰਵਾਇਤਾਂ ਦੀ ਦੇਸ਼ ਦੁਨੀਆ ਵਿੱਚ ਜੋ ਧਾਕ ਜੰਮੀ ਸੀ, ਪੰਜਾਬ ਦੇ ਗੱਦਾਰਾਂ ਨੇ ਉਸ ਨੂੰ ਕੱਲ੍ਹ ਘੱਟੇ ਰੋਲ ਦਿੱਤਾ। ਲਾਨਤ ਹੈ ਕੇਜਰੀਵਾਲ, ਭਗਵੰਤ ਮਾਨ ਤੇ ਆਪ ਤੇ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਕਿਸਾਨ ਮੋਰਚੇ ਨੂੰ ਪੰਜਾਬ ਪੁਲਿਸ ਨੇ ਜ਼ਬਰ ਅਤੇ ਵਿਸਾਖਾਤ ਨਾਲ ਕੁਚਲਿਆ, ਉਸ ਉੱਪਰ ਪੰਜਾਬ ਦੇ ਹਿੰਦੂ ਵਪਾਰੀਆਂ ਵੱਲੋਂ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਔਰ ਇਉਂ ਜਾਪਦਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਪੰਜਾਬ ਵਿੱਚ ਪੇਂਡੂ ਸਿੱਖਾਂ ਅਤੇ ਸ਼ਹਿਰੀ ਹਿੰਦੂਆਂ ਵਿਚਾਲੇ ਤਣਾਅ ਪੈਦਾ ਕਰਨਾ ਚਾਹੁੰਦੀਆਂ ਨੇ ਔਰ ਦਲਿਤਾਂ ਅਤੇ ਜ਼ਿਮੀਂਦਾਰਾਂ ਵਿਚਾਲੇ ਪਹਿਲਾਂ ਹੀ ਫੋਲਟ ਲਾਈਨ ਖੜੀ ਕੀਤੀ ਜਾ ਚੁੱਕੀ ਹੈ ਔਰ ਸਿੱਖਾਂ ਨੂੰ ਪੰਜਾਬ ਵਿੱਚ ਮੁਕੰਮਲ ਤੌਰ ਤੇ ਤਬਾਹ ਕਰਨ ਲਈ ਬੀਜੇਪੀ ਅਤੇ ਆਮ ਆਦਮੀ ਪਾਰਟੀ ਇੱਕ ਸਫ਼ੇ ਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਲਫ਼ਜ਼ ਵਿਸਾਖਾਤ ਦੀ ਗੱਲ ਕਰਦੇ ਹਾਂ, ਇਹ ਕੋਈ ਸਿੱਖਾਂ ਨਾਲ ਜਾਂ ਕਿਸਾਨਾਂ ਨਾਲ ਹੋਇਆ ਪਹਿਲਾ ਵਾਕਿਆ ਨਹੀਂ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲਾਂ ਅੰਗਰੇਜ਼ੀ ਦੀ ਅਸੀਂ ਐਕਸਪ੍ਰੈਸ਼ਨ ਜਿਹੜੀ ਅਮਰੀਕਨਜ਼ ਇਸਤੇਮਾਲ ਕਰਦੇ ਨੇ ਕਿ ਵਨਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ, ਕਿ ਵੀ ਅਸੀਂ ਬਾਰ-ਬਾਰ ਜਿਹੜਾ ਹੈ ਉਹ ਉਹਨਾਂ ਦੇ ਸਾਹਮਣੇ ਜਾ ਕੇ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਨਾਲ ਵਿਸਾਖਾਤ ਕਰੋ, ਅਸੀਂ ਹੋ ਕੇ ਫਿਰ ਕਹਿੰਦੇ ਉਹ ਸਾਡੇ ਨਾਲ ਵਿਸਾਖਾਤ ਹੋ ਰਿਹਾ। ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜੇ ਤੁਸੀਂ ਇੱਕ ਵਾਰ ਕਿਸੇ ਨੂੰ ਪਰਖ ਲੈਂਦੇ ਹੋ, ਇੱਕ ਵਾਰ ਤਾਂ ਤੁਹਾਨੂੰ ਕੋਈ ਧੋਖਾ ਤੁਹਾਡੇ ਨਾਲ ਕਰ ਸਕਦਾ ਹੈ, ਦੂਸਰੀ ਵਾਰ ਤੁਸੀਂ ਉਹਦਾ ਇਤਬਾਰ ਨਾ ਕਰੋ ਜਾਂ ਇਤਬਾਰ ਨਹੀਂ ਕਰਦੇ ਜਾਂ ਉਸ ਤੋਂ ਅਸੀਂ ਖਬਰਦਾਰ ਹੁੰਦੇ। ਹੁਣ ਕਿਸਾਨਾਂ ਦਾ 399 ਦਿਨ, ਕਿੰਨਾ ਐਫਰਟ, ਕਿੰਨੇ ਹਜ਼ਾਰਾਂ ਆ ਕੇ ਬੈਠਦੇ ਰਹੇ ਡੱਲੇਵਾਲ, ਜਿਨ੍ਹਾਂ ਨੇ ਸਫ਼ਰ ਕੀਤਾ, ਅਜੇ ਵੀ ਸਫ਼ਰ ਕਰ ਰਹੇ ਨੇ ਔਰ ਇੰਨੀ ਕੁ ਮੰਗ ਕੇ ਜੀ ਸਾਡੇ ਨਾਲ ਸਰਕਾਰ ਗੱਲਬਾਤ ਕਰੇ। ਉਹਨਾਂ ਨੇ ਕਰਤਾ, ਪਹਿਲਾਂ ਸੈਕਟਰੀ ਲੈਵਲ ਭੇਜਿਆ, ਫਿਰ ਉਹਨੂੰ ਮਿਨਿਸਟਰ ਨੂੰ ਭੇਜਤਾ। ਹੁਣ ਵੀ ਜਿੱਦਣ ਕੱਲ੍ਹ ਇਹ ਉਹਨਾਂ ਨੇ ਜ਼ਬਰ ਕੀਤਾ ਹੈ, ਜਿਹੜਾ 399 ਦਿਨਾਂ ਦੀ ਸਟਰਗਲ ਔਰ ਜਿਹੜੀ ਜਿੱਤ ਦਾ ਨਸ਼ਾ 3 ਖੇਤੀ ਕਾਨੂੰਨ ਵਾਪਸ ਕਰਵਾਉਣ ਦਾ, ਜਿਵੇਂ ਸ਼ਾਨ ਦੇ ਨਾਲ ਪੰਜਾਬ ਦਾ ਕਿਸਾਨ ਦਿੱਲੀ ਤੋਂ ਮੁੜਿਆ ਸੀ, ਕੇਸਰੀ ਝੰਡੇ ਲਹਿਰਾਉਂਦਾ ਔਰ ਜਿੱਤ ਦੇ ਸ਼ਾਦਿਆਨੇ ਵਜਾਉਂਦਾ, ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਤੁਹਾਡੀ ਗਲੋਰੀ ਨੂੰ ਰੋੜ ਕੇ ਰੱਖ ਦਿੱਤਾ ਹੈ। ਬਿਲਕੁਲ 22 ਦੇ ਕਰੀਬ ਕਿਸਾਨ ਲੀਡਰ ਜਿਹੜੇ ਗੱਲਬਾਤ ਕਰਕੇ ਚੰਡੀਗੜ੍ਹ ਤੋਂ ਵਾਪਸ ਮੁੜ ਰਹੇ ਸੀ, ਉਹਨਾਂ ਨੂੰ ਰਾਹ 'ਚ ਹੀ ਚੁੱਕ ਲਿਆ ਔਰ ਬਾਕੀ ਉਹਨਾਂ ਦੇ ਖਨੌਰੀ ਔਰ ਸ਼ੰਭੂ ਔਰ ਉਹਨਾਂ ਦੇ ਬੁਲਡੋਜ਼ ਲਾ ਕੇ ਸਾਰੇ ਲੈਵਲ ਕਰਤੇ। 5000 ਦੇ ਕਰੀਬ ਜਿਹੜੀ ਯੂਨੀਫਾਰਮਡ ਪੁਲਿਸ ਗੁੰਡਿਆਂ ਦੀ ਧਾੜ ਹੈ, ਉਹਨੇ ਥਾਂ ਥਾਈਂ ਸਿੱਖ ਕਿਸਾਨ ਬਜ਼ੁਰਗ, ਕਿਸੇ ਦੀ ਪੱਗ ਲੱਥੀ ਹੈ, ਕਿਸੇ ਤੇ ਲਾਠੀਆਂ ਚੁੱਕ ਕੇ ਜਿਹੜਾ ਉਹਨਾਂ ਨੂੰ ਕਰਕੇ ਔਰ ਹੁਣ ਉਹਨਾਂ ਦਾ ਉਹ ਇੱਕ ਪਿੱਲਾ, ਜਿਹਨੇ ਨਾਂ ਤਾਂ ਨਾਨਕ ਸਿੰਘ ਮਾਪਿਓ ਨੇ ਰੱਖਿਆ ਸੀ, ਪਰ ਇਹ ਨਹੀਂ ਸੀ ਪਤਾ ਕਿ ਬਈ ਇਹ ਜਸਪਤ ਰਾਏ, ਲਖਪਤ ਰਾਏ ਦੀ ਰੂਹ
ਜਿਹੜੇ ਵੀ ਟੱਬਰ ਦੇ ਘਰ ਜੰਮੀ, ਦੇਖਣ ਨੂੰ ਸ਼ਕਲ ਨੂੰ ਤਾਂ ਸਿੱਖ ਵਰਗਾ ਲੱਗਦਾ ਪਰ ਇਹ ਜਿਹੜਾ ਦਰਿੰਦਾ ਜਿਹੜਾ ਇਹ ਕਹਿ ਰਿਹਾ ਵੀ ਅਸੀਂ ਸਿਰ ਨਹੀਂ ਝੁਕਣ ਦਿਆਂਗੇ ਕਿਸਾਨਾਂ ਨੂੰ, ਹੁਣ ਅਸੀਂ ਕੁਝ ਨਹੀਂ ਕਰਨ ਦਿਆਂਗੇ। ਔਰ ਇਸ ਕਿਸਮ ਦਾ ਹੰਕਾਰ, ਔਰ ਕੱਲਾ ਇਹ ਨਹੀਂ, ਜਦੋਂ ਤੁਸੀਂ ਇਹ ਦੇਖਦੇ ਹੋ ਵੀ ਇਹ ਆਲ ਆਫ ਏ ਸਡਨ, ਔਰ ਹੁਣ ਕਿਉਂਕਿ ਜਿਸ ਬੈਲਟ ਚੋਂ ਮੈਕਸਿਮਮ ਸਪੋਰਟ ਭਗਵੰਤ ਮਾਨ ਦੀ ਇੰਡੀਵਿਜੂਅਲ, ਕਿਉਂਕਿ ਬਹੁਤ ਸਾਰਾ ਜਿਹੜਾ ਇਹ ਕਿਸਾਨ ਮੋਰਚੇ ਵੇਲੇ ਵੀ ਜਿਸ ਜਿਹੜੀ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਸੀ ਉਹ ਤਾਂ ਮਾਲਵੇ ਦੀ ਸੀ। ਵੈਸੇ ਵੀ ਪੰਜਾਬ ਦੀ ਪੋਪੂਲੇਸ਼ਨ ਦੇ ਲਿਹਾਜ਼ ਨਾਲ ਜੇ ਦੇਖਣਾ ਹੋਏ ਤਾਂ ਇਸ ਵੇਲੇ 117 ਟੋਟਲ ਪੰਜਾਬ ਅਸੈਂਬਲੀ ਦੀਆਂ ਸੀਟਾਂ ਚੋਂ 69 ਜਾਂ 70 ਮਾਲਵੇ ਦੀਆਂ ਨੇ। ਦੁਆਬੇ 'ਚ ਤਾਂ ਵੈਸੇ ਹੀ ਛੋਟਾ ਵੀ ਹੈ ਔਰ ਸਿੱਖਾਂ ਦੀ ਆਬਾਦੀ ਘੱਟ ਹੈ, ਜ਼ਿਮੀਂਦਾਰ ਵੀ ਘੱਟ ਨੇ। ਦਲਿਤ ਪਾਪੂਲੇਸ਼ਨ ਦੁਆਬੇ ਦੇ ਵਿੱਚ 44-45% ਹੈ ਤੇ ਮਾਝੇ ਚੋਂ ਇਹ ਸਰਵਣ ਸਿੰਘ ਪੰਧੇਰ ਔਰ ਦੂਸਰੇ ਇਹ 34 ਜਥੇਬੰਦੀਆਂ ਦਾ ਹਿੱਸਾ ਤਾਂ ਰਹੇ ਬਾਈ ਐਂਡ ਲਾਰਜ, ਪਰ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ ਕਿਸਾਨ ਮੂਵਮੈਂਟ ਦੇ ਵੇਲੇ ਜਿਹੜੀ 3 ਖੇਤੀ ਕਾਨੂੰਨ ਵਾਪਸ ਲੈਣ ਲੱਗੇ ਉਹ ਮਾਲਵੇ ਦੀ ਕਿਸਾਨੀ ਦੀ ਰਹੀ ਹੈ, ਜਿਹੜਾ ਫੈਕਟ ਹੈ ਜੀ। ਔਰ ਇਸ ਨੂੰ ਭਗਵੰਤ ਮਾਨ ਨੂੰ ਵੀ ਪਾਵਰ 'ਚ ਲਿਆਉਣ 'ਚ, ਕਿਉਂਕਿ ਸਾਰੇ ਰਾਜੇਵਾਲ ਔਰ ਉਗਰਾਹਾਂ ਤੇ ਦੂਜੇ ਤੀਜੇ ਇਹ ਆਪੋ ਆਪਣੀ ਖੇਡ ਰਹੇ ਸੀ। ਹੁਣ ਇਸ ਸਾਰੇ 'ਚੋਂ ਕੀ ਨਿਕਲਦਾ ਅਸੀਂ ਦੇਖਦੇ ਹਾਂ। ਔਰ ਮੈਂ ਇਸ ਤੋਂ ਪਹਿਲਾਂ ਕਿ ਕਹਾਂ ਕਿ ਵੀ 3 ਖੇਤੀ ਕਾਨੂੰਨਾਂ ਦੇ ਵੇਲੇ ਇੰਨਾ ਕੁ ਦਬਾਅ ਪ੍ਰਭਾਵ ਬਣਿਆ ਮੂਵਮੈਂਟ ਦਾ ਕਿ ਪੰਜਾਬ ਦਾ ਹਿੰਦੂ, ਸ਼ਹਿਰੀ ਹਿੰਦੂ ਜਾਂ ਹਿੰਦੂ ਵਪਾਰੀ ਜਿਹੜਾ ਪੰਜਾਬੀ ਸੂਬੇ ਮੋਰਚੇ ਦੇ ਖਿਲਾਫ ਵੀ ਭੁਗਤਦਾ ਰਿਹਾ, ਹਿੰਦੀ ਨੂੰ ਵੀ ਆਪਣੀ ਮਾਂ ਬੋਲੀ ਲਿਖਾਉਂਦਾ ਰਿਹਾ, ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਵੀ ਭੁਗਤਦਾ ਰਿਹਾ। ਜੂਨ 84 ਦੇ ਹਮਲੇ ਵੇਲੇ ਵੀ ਅੰਮ੍ਰਿਤਸਰ ਤੋਂ ਲੈ ਕੇ ਉਹਨਾਂ ਨੇ ਖੁਸ਼ੀਆਂ ਮਨਾਈਆਂ, ਲੱਡੂ ਵੰਡੇ ਕਿ ਜੀ ਬਹੁਤ ਵਧੀਆ ਹੋਇਆ। ਲੇਕਿਨ ਕਿਸਾਨ ਮੂਵਮੈਂਟ ਦੇ ਵੇਲੇ ਉਦੋਂ ਵੀ ਔਰ ਹੁਣ ਦੇ ਪੀਰੀਅਡ 'ਚ ਵੀ, ਹੁਣ ਵੀ ਸਾਇਲੈਂਸ ਸੀ। ਉਦੋਂ ਰਾਦਰ ਉਹਨਾਂ 'ਚੋਂ ਕੁਛ ਨੇ ਸਪੋਰਟਿਵ ਐਟੀਟਿਊਡ ਲਿਆ, ਕਿਉਂਕਿ ਸਿਆਣੇ ਜਿਹੜੇ ਹਿੰਦੂ ਵਪਾਰੀ ਵੀ ਨੇ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਉਹਨਾਂ ਦੀਆਂ ਹੱਟੀਆਂ, ਉਹਨਾਂ ਦੇ ਕਾਰੋਬਾਰ, ਉਹਨਾਂ ਦੀਆਂ ਫੈਕਟਰੀਆਂ, ਉਹਨਾਂ ਦੀ ਅਮੀਰੀ ਪੇਂਡੂ ਕਿਸਾਨਾਂ 'ਚੋਂ ਹੀ ਨਿਕਲਦੀ ਹੈ। ਤੇ ਜੇ ਇਹ ਰੁਲਣਗੇ ਸੁਸਾਈਡ ਦੇ ਰਾਹ 'ਤੇ ਨੇ ਤੇ ਦੂਸਰਾ ਕੀ ਹੋਏਗਾ। ਔਰ ਇੱਕ ਉਹਨਾਂ ਨੂੰ ਇਹ ਵੀ ਸੀ ਕਿ ਜੀ ਜਿਹੜੀ ਮੰਡੀਕਰਨ ਵੱਡੇ ਜਿਹੜੇ ਨੇ ਅਡਾਨੀ ਅਡਵਾਨੀ ਉਹਨਾਂ ਦੇ ਵੱਡੇ ਵੱਡੇ ਸਾਈਲੋ ਬਣ ਜਾਣਗੇ ਤੇ ਦੂਜੇ ਤਾਂ ਜਿਹੜਾ ਮਿਡਲ ਮੈਨ ਬੈਠਾ ਹੋਇਆ ਵਪਾਰੀ ਮੰਡੀ ਦੇ ਵਿੱਚ ਜਿਹੜਾ ਕਮਿਸ਼ਨ ਖਾਂਦਾ ਉਹਨਾਂ ਦਾ ਵੀ ਇੰਟਰਸਟ ਵੀ ਵੱਜੇ ਹੋਏ ਸੀ। ਲੇਕਿਨ ਇਹਨਾਂ ਨੇ ਐਸਾ ਮਾਹੌਲ ਕ੍ਰੀਏਟ, ਹਾਲਾਂ ਇਹ ਜਿਹੜਾ 399 ਦਿਨ ਚੱਲਿਆ ਕਿਸਾਨ ਮੋਰਚਾ ਸੀ, ਇਹ ਫੋਲੋ ਅਪ ਹੀ ਸੀ ਉਸ ਦਾ ਕਿ ਭਾਈ ਤੁਸੀਂ ਜਿਹੜੇ ਵਾਅਦੇ ਕੀਤੇ ਨੇ ਮਿਨੀਮਮ ਸਪੋਰਟ ਪ੍ਰਾਈਸ ਦਾ, ਦੂਸਰਿਆਂ ਦਾ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਫੈਕਟਰ ਜਿਹਦਾ ਮੈਂ ਪਿਛਲੇ 2 ਦਿਨ ਤੋਂ ਕਿਤੇ ਵੀ ਡਿਸਕਸ਼ਨ ਨਹੀਂ ਦੇਖ ਰਿਹਾ, ਇੱਕ ਯੰਗ ਨੌਜਵਾਨ ਨੇ ਮੈਨੂੰ ਆਪਣਾ ਇਸ ਦੇ ਉੱਤੇ ਕਮੈਂਟ ਭੇਜਿਆ ਤੇ ਮੈਂ ਵੀ ਕੋਈ ਇਸ ਬਾਰੇ ਨਹੀਂ ਸੀ ਸੋਚਿਆ। ਉਹਨਾਂ ਨੇ ਕਿਹਾ ਕਿ ਵੀ ਇਸ ਮਾਮਲੇ 'ਚ ਸਿਰਫ ਇਹੀ ਨਹੀਂ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਇੱਕੋ ਪੇਜ 'ਤੇ ਨੇ। ਜਦੋਂ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਹਾਂ, ਪੰਜਾਬ ਦੇ ਤਾਂ ਸਾਰੇ ਸੰਤਰੀ ਨੇ, ਭਗਵੰਤ ਮਾਨ ਤੇ ਉਹਦੇ ਵਜ਼ੀਰ ਉਹ ਤਾਂ ਪਿਆਦੇ ਨੇ ਅੱਗੋਂ। ਇੱਕੋ ਹੀ ਆ ਕੇਜਰੀਵਾਲ, ਲਾਲਾ ਪੱਕਾ ਹਿੰਦੂ ਤਵੀ ਜਿਹੜਾ ਕਹਿੰਦਾ ਵੀ ਮੇਰਾ ਤਾਂ ਪਿਓ ਵੀ ਜਿਹੜਾ ਖਾਕੀ ਨਿੱਕਰ ਪਾਉਂਦਾ ਸੀ, ਤੇ ਅਮਿਤ ਸ਼ਾਹ ਮੋਦੀ ਜਿਨ੍ਹਾਂ ਦੀਆਂ ਗੋਡੜੀਆਂ ਲਵਾਈਆਂ ਹੋਈਆਂ ਨੇ ਟਰੰਪ ਨੇ। ਹੁਣ ਵੀ ਟਰੰਪ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਵੀ ਜੀ ਇੰਡੀਆ ਲੋ ਕਰੇਗਾ ਟੈਰਿਫ ਬਹੁਤ ਸਾਰਿਆਂ 'ਚ, ਤੇ ਜੇ ਨਹੀਂ ਕਰਦਾ ਅਸੀਂ ਅਪ੍ਰੈਲ 2 ਨੂੰ ਜਿਹੜਾ ਹੈ ਉਹ ਜਿੰਨੀ ਉਹ ਲਾਉਣਗੇ ਉਨੀ ਲਾ ਦੇਵਾਂਗੇ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਯੰਗ ਮੈਨ ਨੇ ਪੁਆਇੰਟ ਆਊਟ ਕੀਤਾ, ਅਮਰੀਕਾ ਦਾ ਦਬਾਅ ਹੈ ਕਿ ਵੀ ਜਿਹੜੇ ਅਮਰੀਕਾ ਦੇ ਐਗਰੀਕਲਚਰ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਗ੍ਰੇਨ, ਰਾਈਸ, ਦੂਜੇ ਰਾਈਸ ਤਾਂ ਚਲੋ ਭਾਰਤ ਦੇ ਕੋਲ ਜ਼ਿਆਦਾ ਹੈ, ਮਿਲਕ ਪ੍ਰੋਡਕਟ, ਉਹਦੇ ਲਈ ਮੰਡੀ ਖੋਲੋ ਸਾਡੇ ਲਈ। ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ। ਔਰ ਜਿਹੜੇ 3 ਖੇਤੀ ਕਾਨੂੰਨ ਸੀ ਉਹ ਵੀ ਉਸੇ ਲਾਈਨ ਦੇ ਉੱਤੇ ਹੀ ਸੀ, ਉਹ ਤਾਂ ਰੁਕਵਾ ਦਿੱਤੇ। ਨਤੀਜਾ ਰਿਵਰਸ ਹੋਇਆ। ਕਾਰਪੋਰੇਟਸ ਨੂੰ ਇਹ ਲੱਗਾ, ਉਹਨਾਂ ਨੂੰ ਇਹ ਲੱਗਾ ਵੀ ਜੇ ਜਥੇਬੰਦ ਹੋ ਕੇ ਬੈਠੇ ਰਹੇ, ਆਰਗੇਨਾਈਜ਼ਡ ਇਹਨਾਂ ਦਾ ਚੱਲ ਰਿਹਾ ਔਰ ਆਪਸ 'ਚ ਕੋਈ ਤਾਲਮੇਲ ਦੀ ਗੱਲ ਵੀ ਚੱਲ ਰਹੀ ਹੈ, ਤੇ ਅਮਰੀਕਾ ਦੇ ਸਾਹਮਣੇ ਇਹ ਜਿਹੜੇ ਨੇ ਉਹ ਸਰੈਂਡਰ ਜਿਹੜਾ ਉਹਨਾਂ ਨੂੰ ਜੇ ਕਰਨਗੇ ਤਾਂ ਕਿਸਾਨ, ਪੰਜਾਬ ਦੇ ਕਿਸਾਨਾਂ ਦੀ ਦੇਖੋ ਦੇਖੀ ਬਾਕੀ ਵੀ, ਕਿਉਂਕਿ ਮਿਲਕ ਇੰਡਸਟਰੀ ਦੇ ਵਿੱਚ ਤਾਂ ਗੁਜਰਾਤ ਵੀ ਅਮੁਲ ਉੱਥੋਂ ਹੀ ਬਣਦਾ, ਉਹ ਵੀ ਇਨਵੋਲਵ ਨੇ। ਸੋ ਉਹਨਾਂ ਨੇ ਕਿਹਾ ਵੀ ਇਸ ਅੰਦਾਜ਼ ਦੇ ਵਿੱਚ ਆਲਰੇਡੀ ਅਮਰੀਕਾ ਅੱਗੇ ਇਹਨਾਂ ਨੇ ਸਰੈਂਡਰ ਕੀਤਾ ਹੋਇਆ, ਕਿਉਂਕਿ ਇਹਨਾਂ ਦੀਆਂ ਖਾਮੀਆਂ ਕਮਜ਼ੋਰੀਆਂ ਮੋਦੀ ਦਾ ਕੀ ਇੱਥੇ ਹੈ ਤੇ ਕੀ ਉਹਦੀ ਆਚਰਣਕ ਔਰ ਦੂਸਰੀਆਂ ਨੇ ਕਿ ਵੀ ਇਹਨਾਂ ਨੇ ਸਰੈਂਡਰ ਕੀਤਾ। ਇਹ ਇੱਕ ਆਪਣੇ ਪਾਸੇ
ਦੂਸਰੇ ਪਾਸੇ ਕੇਜਰੀਵਾਲ ਨੇ, ਕਿਉਂਕਿ ਭਗਵੰਤ ਮਾਨ ਨੇ ਤਾਂ ਆਪਣੀ ਕਬਰ ਪੁੱਟੀ। ਅੱਜ ਹੀ ਮੈਂ ਕਿਹਾ ਕਿਸੇ ਨੂੰ, ਮੈਂ ਕਿਹਾ ਜੀ ਇਹਨੇ ਤਾਂ ਵੈਸੇ ਵੀ ਜਿਹੜਾ ਇਹ ਜਿਸ ਕਿਸਮ ਦਾ ਇਹਦਾ ਕਿਰਦਾਰ ਹੈ ਉਹ ਸਭ ਤੋਂ ਪਰ ਇਹ ਕਬਰ ਪੁੱਟਣਾ ਹੈ, ਕਿਉਂਕਿ ਇਹਨੇ ਆਪਣਾ ਉਹ ਬੇਸ ਸੰਗਰੂਰ ਔਰ ਉਹਨਾਂ ਜ਼ਿਲ੍ਹਿਆਂ ਦਾ ਜਿਹਦੇ ਚੋਂ ਸਾਰੀ ਕਿਰਸਾਨੀ ਨਾਲ ਖਲੋਤੀ 92 ਸੀਟਾਂ ਮਿਲੀਆਂ ਔਰ ਦਬਾਅ ਬਣਿਆ ਸੀ, ਉਹ ਵੀ ਜਿਹੜਾ ਉਹ ਜਾਂਦਾ ਲੱਗਾ। ਔਰ ਇਸ ਸਾਰੇ ਚੋਂ ਜੇ ਫਾਇਦਾ ਹੈ ਤੇ ਹਿੰਦੂ ਤਵੀਆਂ ਨੂੰ, ਜਾਂ ਹੁਣ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਪਾਰੀਆਂ ਨੇ ਉਹ ਰਾਜਪੁਰਾ ਹੋਏ, ਲੁਧਿਆਣਾ ਹੋਏ, ਲੱਡੂ ਵੰਡੇ ਨੇ ਔਰ ਬਹੁਤਿਆਂ ਨੇ ਸ਼ੁਕਰ ਮਨਾਇਆ। ਹਿੰਦੂ ਤਵੀਆਂ ਨੇ ਇੱਕ ਥਾਂ ਸ਼ਿਵਲਿੰਗ ਖੜਾ ਕਰਕੇ ਪੂਜਾ ਵੀ ਕੀਤੀ। ਉਹ ਕਿਹਾ ਜੀ ਸਾਡੇ ਬਾਰਡਰ ਖੁੱਲ੍ਹੇ ਨੇ ਯਾਰ, ਕਾਰੋਬਾਰ ਹੋਏਗਾ, ਦੂਸਰਾ ਤੀਸਰਾ ਹੋਏਗਾ। ਹਾਲਾਂਕਿ ਅਸੀਂ ਜਿੱਥੇ ਇਸ ਕਿਸਮ ਦੇ ਫਿਰਕੂ ਹਿੰਦੂਆਂ ਦੇ ਇਸ ਸਟੈਪ ਨੂੰ ਕੰਡੈਮ ਕਰਦੇ ਹਾਂ, ਉੱਥੇ ਅਸੀਂ ਉਹਨਾਂ ਹਿੰਦੂ ਪੰਜਾਬੀਆਂ ਨੇ ਜਿਨ੍ਹਾਂ ਨੇ ਇਸ ਦੇ ਉੱਤੇ ਹਾਂ ਦਾ ਨਾਅਰਾ ਮਾਰਿਆ, ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਜਿਵੇਂ ਦੀਪਕ ਸ਼ਰਮਾ ਚਰਨਾਰਥਲ, ਇਹ ਪ੍ਰੋਮੀਨੈਂਟ ਪੱਤਰਕਾਰ, ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਨ ਵਾਲਾ, ਪੁਲਾਂਗ ਤੇ ਵੀ ਹੁੰਦਾ ਹੈ, ਪੰਜਾਬ ਰੇਡੀਓ ਦੇ ਉੱਤੇ ਵੀ ਹੁੰਦਾ ਹੈ। ਉਹਦੇ 'ਚ ਉਹਨੇ ਬੜਾ ਸੋਹਣਾ ਕਮੈਂਟ ਕੀਤਾ ਦੀਪਕ ਸ਼ਰਮਾ ਨੇ, ਨੌਕਰੀਆਂ ਹਰਿਆਣਾ ਨੂੰ, ਸੁਰੱਖਿਆ ਹਿਮਾਚਲ ਦੀਆਂ ਬੱਸਾਂ ਨੂੰ, ਸਲਾਮਾਂ ਦਿੱਲੀ ਵਾਲਿਆਂ ਨੂੰ, ਧੱਫੇ ਧੱਕੇ ਤੇ ਡਾਂਗਾ ਪੰਜਾਬ ਨੂੰ। ਹੁਣ ਤਾਂ ਮੰਨੋਗੇ ਕਿ ਆ ਗਿਆ ਬਦਲਾਅ। ਔਰ ਇਸੇ ਤਰ੍ਹਾਂ ਪ੍ਰਵੀਨ ਸ਼ਰਮਾ, ਉਹਨਾਂ ਦਾ ਕਮੈਂਟ ਹੈ, ਜੋ ਦਿੱਲੀ ਵੀ ਨਾ ਕਰ ਸਕੀ ਸਾਡੇ ਆਪਣਿਆਂ ਕੀਤਾ। ਸਿਆਸੀ ਤੰਜ਼ਾਂ ਲਈ ਮਸ਼ਹੂਰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਜੋ ਆਪਣੇ ਲੋਕਾਂ ਨਾਲ ਕੀਤਾ ਉਹ ਯਾਦ ਰੱਖਿਆ ਜਾਵੇਗਾ। ਹੋਲੇ ਮਹੱਲੇ ਤੇ ਬਜ਼ੁਰਗ ਮਾਤਾ ਨੇ ਭਗਵੰਤ ਨੂੰ ਰੋਕਿਆ ਵੀ ਸੀ ਕਿ ਆਪਣੇ ਲੋਕਾਂ ਉੱਤੇ ਜ਼ੁਲਮ ਕਰਨੋਂ, ਪਰ ਉਹ ਨਹੀਂ ਟਲਿਆ। ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ, ਨਾ ਕਿਸਾਨਾਂ ਕਿਤੇ ਜਾਣਾ, ਨਾ ਪੰਜਾਬ ਨੇ, ਨਾ ਹੰਕਾਰਿਆਂ ਨੂੰ ਕਿਤੇ ਜਾਣ ਦੇਣਾ। ਹੁਣ ਇਹ ਰੀਅਲ ਪੰਜਾਬੀ ਸਪਿਰਿਟ ਹੈ। ਔਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਾਂਗਰਸ ਦੇ MP ਨੇ ਪਟਿਆਲੇ ਤੋਂ, ਉਹਨਾਂ ਦੀ ਵੀ ਖੂਬਸੂਰਤ ਟਿੱਪਣੀ ਹੈ ਕਿ ਦਿੱਲੀ ਅੰਦੋਲਨ ਦੌਰਾਨ ਮੋਦੀ ਦੀਆਂ ਗੋਡਣੀਆਂ ਲਵਾ ਥੁੱਕ ਕੇ ਚੱਟਣ ਲਈ ਮਜਬੂਰ ਕਰ ਕਿਸਾਨਾਂ, ਪੰਜਾਬ ਅਤੇ ਸਿੱਖ ਧਰਮ ਦੀਆਂ ਨਾਬਰੀ ਰਵਾਇਤਾਂ ਦੀ ਦੇਸ਼ ਦੁਨੀਆ ਵਿੱਚ ਜੋ ਧਾਕ ਜੰਮੀ ਸੀ, ਪੰਜਾਬ ਦੇ ਗੱਦਾਰਾਂ ਨੇ ਉਸ ਨੂੰ ਕੱਲ ਘੱਟੇ ਰੋਲ ਦਿੱਤਾ। ਲਾਨਤ ਹੈ ਕੇਜਰੀਵਾਲ, ਭਗਵੰਤ ਮਾਨ ਤੇ ਆਪ ਤੇ। ਇਹ ਅਸੀਂ ਸਮਝਦੇ ਹਾਂ ਵੀ ਜੇ ਇਸ ਲੈਵਲ ਦੀ ਸੋਚ ਵਾਲੇ ਪੰਜਾਬੀ ਹਿੰਦੂ ਜਿਹੜੇ, ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਵੀ ਸਾਨੂੰ ਕਿਹਨੇ ਚੱਲਣਾ, ਅਲਟੀਮੇਟਲੀ ਪੰਜਾਬ ਦੀ ਖੁਸ਼ਹਾਲੀ, ਪੰਜਾਬ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ। ਪਰ ਦੂਸਰੇ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਲਰਾਮ ਜਾਖੜ ਦਾ ਮੁੰਡਾ ਸੁਨੀਲ ਜਾਖੜ, ਜਿਹੜਾ ਉਹਦਾ ਬੋਥ ਸਾਈਡਸ ਪਲੇ ਕਰਦਾ ਹੈ, BJP ਦਾ ਉਹਨੂੰ ਪ੍ਰਧਾਨ ਬਣਾਇਆ ਹੋਇਆ, ਅਸਤੀਫਾ ਵੀ ਦਿੱਤਾ ਸੀ, ਵਾਪਸ ਵੀ ਨਹੀਂ ਲਿਆ ਅੱਜ ਵੀ। ਹਾਲਾਂਕਿ ਉਹਨੇ ਇਸ ਸਾਰੇ ਨੂੰ ਕਿ ਵੀ ਇਹ ਖੇਡ ਕਿਵੇਂ ਅਮਿਤ ਸ਼ਾਹ ਮੋਦੀ ਦੀ ਹੈ, ਉਹਨੂੰ ਦੂਸਰੇ ਪਾਲੇ 'ਚ ਪਾਉਣ ਲਈ ਕਿਹਾ। ਪੰਜਾਬ BJP ਚੀਫ ਜਾਖੜ accuses ਆਮ ਆਦਮੀ ਪਾਰਟੀ ਕਾਂਗਰਸ ਆਫ ਐਕਸਪਲੋਇਟਿੰਗ ਫਾਰਮਰਸ ਫॉर ਪੋਲੀਟੀਕਲ ਗੇਨ, ਕਿ ਜੀ ਇਹ ਸਿਆਸੀ ਮਫਾਦ ਦੇ ਲਈ, ਭਾਈ ਸਿਆਸੀ ਮਫਾਦ ਲਈ ਤੁਸੀਂ ਵੀ ਵਰਤਿਆ ਔਰ ਅੱਜ ਜਿਹੜਾ ਕਾਂਗਰਸ 'ਚ ਹੁੰਦਿਆਂ ਵੀ ਵਰਤਿਆ ਤੁਸੀਂ। ਅਮਰਿੰਦਰ ਦਾ ਕਿਸੇ ਵੇਲੇ ਹੀ ਜਾਖੜ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਫਾਰਮਰਸ ਜਿਹੜੇ ਲੀਡਰਸ ਨੂੰ ਫੜਿਆ, ਉਹਨਾਂ ਨੂੰ ਕਿੱਥੇ ਰੱਖਿਆ, ਇਸ ਬਾਰੇ ਕਨਫਲਿਕਟਿੰਗ ਨਿਊਜ਼ ਨੇ। ਪਰ ਇਹ ਵੀ ਖਬਰ ਹੈ ਕਿ ਵੀ ਸਰਵਨ ਪੰਧੇਰ ਜਾਂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ, ਉਹਨੇ ਆਪਣਾ ਵਰਤ ਜਾਰੀ ਰੱਖਿਆ ਹੋਇਆ, ਗੋ ਫਾਸਟ ਦੇ ਵਿੱਚ ਨੇ। ਔਰ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਅੱਡ-ਅੱਡ ਗਰੁੱਪਾਂ ਨੇ ਕਿਹਾ ਕਿ ਇਹ BJP ਜਿਹੜਾ ਕਾਰਪੋਰੇਟ ਇੰਟਰਸਟ ਵਾਲਿਆਂ ਦੇ ਨਾਲ ਖੜੀ ਹੈ, ਉਹਨਾਂ ਦੀ ਕਾਰਵਾਈ ਹੈ। ਹਾਲਾਂਕਿ ਕਿਉਂਕਿ ਇਹ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ, ਇਵੈਂਚੁਅਲੀ ਇਹਨਾਂ ਦੇ ਸਿਰ ਜਿਹੜਾ ਉਹ ਘੜਾ ਭੰਨਣ ਵਾਲੀ ਗੱਲ ਹੈ। ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਲਾਲਾ ਕੇਜਰੀਵਾਲ ਔਰ ਲਾਲਾ ਅਮਿਤ ਸ਼ਾਹ ਇਹ ਰਲ ਕੇ ਜਿਹੜੇ ਨੇ ਇਹ ਸਾਰੇ ਦੇ ਦੋਸ਼ੀ ਨੇ। ਔਰ ਜਿਹੜੀ ਡਿਵਾਈਡ ਦੀ ਗੱਲ ਹੈ, ਔਰ ਜੇ ਅੱਜ ਅਰਬਨ ਸੈਕਟਰ ਨੂੰ, ਕਿਉਂਕਿ ਬਹੁਤ ਸਾਰੀਆਂ ਹੋਰ ਥਾਵਾਂ ਦੇ ਉੱਤੇ, ਈਵਨ ਟ੍ਰਿਬਿਊਨ ਦੀ ਵੀ ਇਸ ਦੇ ਉੱਤੇ ਸਟੋਰੀ, ਉਹਨਾਂ ਨੇ ਇਹਨੂੰ ਅਰਬਨ ਰੂਰਲ ਡਿਵਾਈਡ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਬਜਾਏ ਸਿੱਖ ਹਿੰਦੂ ਡਿਵਾਈਡ ਕਹਿਣ ਦੇ, ਕਿ ਅਰਬਨ ਔਰ ਜ਼ਾਹਰ ਹੈ ਵੀ ਸ਼ਹਿਰਾਂ 'ਚ ਹਿੰਦੂ ਨੇ, ਪਿੰਡਾਂ 'ਚ ਸਿੱਖ ਨੇ। ਸੋ ਜਿਵੇਂ ਤੁਸੀਂ ਕਿਹਾ ਵੀ ਆਲਰੇਡੀ ਉਹਨਾਂ ਨੇ
ਤਲਣ 'ਚ ਜਿਹੜਾ ਇੱਕ ਟਰਾਇਲ ਬੈਲੂਨ ਕਰਕੇ ਦਲਿਤ ਔਰ ਜ਼ਿਮੀਂਦਾਰ ਕਨਫਲਿਕਟ ਦੀ ਲਾਈਨ ਤਿਆਰ ਕੀਤੀ ਸੀ। ਪਿਛਲੀਆਂ ਪਾਰਲੀਮੈਂਟੀ ਚੋਣਾਂ ਵੇਲੇ ਜਿਵੇਂ ਹੰਸਰਾਜ ਹੰਸ ਨੇ ਉਹ ਕਾਰਡ ਪਲੇ ਕਰਨਾ ਚਾਹਿਆ, ਜਦੋਂ ਉਹਨੂੰ ਰੋਕਿਆ ਜਾਂ ਕਿਸਾਨਾਂ ਨੇ ਬੀਜੇਪੀ ਦੇ ਲੀਡਰਾਂ ਨੂੰ ਕਿ ਦੇਖੋ ਜੀ ਦਲਿਤਾਂ ਨਾਲ ਕੀ ਹੋ ਰਿਹਾ, ਕਿਉਂਕਿ ਇਹ ਵੀ ਉਹਨਾਂ ਦੇ ਕੋਲ ਇੱਕ ਹੈ ਔਰ ਮਕਸਦ ਉਹਨਾਂ ਦਾ, ਉਹਨਾਂ ਨੇ ਅੰਦਾਜ਼ਾ ਜਿਹਾ ਲਾ ਲਿਆ ਕਿ ਵੀ 30% ਆਬਾਦੀ ਸੋਲਿਡ ਜਿਹੜੀ ਹੈ ਜ਼ਿਮੀਂਦਾਰਾਂ ਦੀ ਹੈ, ਜਿਹੜੇ ਪੰਥ ਪ੍ਰਸਤ ਵੀ ਨੇ, ਅਕਾਲੀਆਂ 'ਚ ਵੀ ਉਹਦੀ ਹਮਾਇਤ ਵੀ ਰਹਿੰਦੇ ਨੇ, ਲੜਨ ਵਾਲੇ ਵੀ ਨੇ। ਪਹਿਲਾਂ ਤੁਸੀਂ ਦਲਿਤ ਤੇ ਉਹਨਾਂ ਨੂੰ ਲੜਾ ਦਿਓ, ਹੁਣ ਤੁਸੀਂ ਹਿੰਦੂ ਔਰ ਲੁਧਿਆਣਾ ਵੈਸਟਰਨ ਸੀਟ ਦੀ ਚੋਣ ਹੋਣੀ ਹੈ। ਇਹ ਵੀ ਹੈ ਵੀ ਕੇਜਰੀਵਾਲ ਸ਼ਾਇਦ ਉੱਥੋਂ ਖਲੋਏ ਔਰ ਪੰਜਾਬ ਦਾ ਚੀਫ ਮਿਨਿਸਟਰ ਵਾਲਾ ਸਾਂਭੇ। ਇਹ ਸਾਰੇ 'ਚ ਭਗਵੰਤ ਮਾਨ ਦਾ ਬੇਸ ਵੀ ਜਾਂਦਾ ਲੱਗਾ, ਕਿਉਂਕਿ ਹੁਣ ਤਾਂ ਕਿਸਾਨ ਉਹਨੂੰ ਉਹਦੇ ਤੇ ਥੁੱਕਦੇ ਨੇ, ਹੁਣ ਤਾਂ ਉਹ ਕਹਿੰਦੇ ਧੋਖਾ ਹੋ ਗਿਆ, ਇਹ ਚੰਗਾ ਬਦਲਾਅ ਆ ਗਿਆ। ਪਰ ਇਹ ਸਾਰੀ ਖੇਡ ਜਿਹੜੀ ਹੈ ਭਾਰਤੀ ਏਜੰਸੀਆਂ ਬੜੀ ਚਲਾਕੀ ਦੇ ਨਾਲ ਕਰ ਰਹੀਆਂ ਨੇ। ਹੁਣ ਇਹਨੂੰ ਸਿੱਖ ਹਿੰਦੂ ਡਿਵਾਈਡ ਵੀ ਪੰਜਾਬ 'ਚ ਕਰਕੇ, ਤਾਂ ਕਿ ਜਿਹੜੇ 25-30% ਜ਼ਿਮੀਂਦਾਰ ਉਹ ਆਲਰੇਡੀ ਅਕਾਲੀਆਂ ਦਾ ਜਲੂਸ ਵੈਸੇ ਹੀ ਕੱਢਿਆ ਹੋਇਆ ਕਿ ਉਹ ਡਿਵਾਈਡ ਹੋਏ ਅੱਡ-ਅੱਡ ਥਾਵਾਂ ਤੇ, ਔਰ ਅਲਟੀਮੇਟਲੀ ਪੰਜਾਬ ਨੂੰ ਬੀਜੇਪੀ ਆਪਣੇ ਪੇਟੇ 'ਚ ਪਾਏ। ਔਰ ਕਿਉਂਕਿ ਆਮ ਆਦਮੀ ਪਾਰਟੀ ਵੀ ਉਹਨਾਂ ਦੀ ਬੀ ਟੀਮ ਹੈ, ਉਹਦੇ ਰਾਹੀਂ ਪਹਿਲੇ ਸਟੈਪ 'ਚ ਉਹਨਾਂ ਨੇ ਕਾਂਗਰਸ ਔਰ ਅਕਾਲੀਆਂ ਨੂੰ ਡੀਥਰੋਨ ਕੀਤਾ, ਔਰ ਹੁਣ ਇਹਨਾਂ ਦੇ ਨਾਲ ਰਲ ਕੇ ਜਿਹੜਾ ਅਲਟੀਮੇਟਲੀ ਬੀਜੇਪੀ ਆਪਣੀ ਖੇਡ ਜਿਹੜੀ ਹੈ 2027 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਖੇਡੇਗੀ। ਜੀ ਰਾਠ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।